चर्चा आओ शुरू करिए। बृजलाल शास्त्री। बृजलाल शास्त्री दियां ਜਿਹੜੀਆਂ ਰਚਨਾਵਾਂ ਨੇ ਉਹ ਨੇ ਚੂਹਿਆਂ ਦੀ ਬਸਤੀ, ਬਾਲਕਾਂ ਦੇ ਗੀਤ, ਕੁਨਾਲ, ਸੰਧਿਆ ਦੇ ਗੀਤ, ਰਾਮ ਗੀਤ। ਇਹ ਉਹਦੀਆਂ ਰਚਨਾਵਾਂ ਸੀ। ਥੋੜਾ ਜਿਹਾ ਬ੍ਰਿਜਲਾਲ ਸ਼ਾਸਤਰੀ ਬਾਰੇ ਜਾਣ ਲੈਂਦੇ ਹਾਂ। ਬ੍ਰਿਜਲਾਲ ਸ਼ਾਸਤਰੀ ਦਾ ਜਿਹੜਾ ਸਮਾਂ ਸੀ 1894 ਤੋਂ ਲੈ ਕੇ 1990 ਤੱਕ ਦਾ ਉਹਦਾ ਸਮਾਂ ਬਣਦਾ ਹੈ। ਬ੍ਰਿਜਲਾਲ ਸ਼ਾਸਤਰੀ ਦਾ ਜਨਮ 14 ਨਵੰਬਰ 1894 ਨੂੰ ਪਿਤਾ ਅਮਰਚੰਦ ਦੇ ਘਰ ਪਿੰਡ ਲਾਹੌਟੀਆਂ ਤਹਿਸੀਲ ਸਕਰਗੜ੍ਹ ਵਿੱਚ ਹੋਇਆ। ਉਹ ਸਨਾਤਨੀ ਕਿਸਮ ਦੇ ਵਿਦਵਾਨ ਸੀ ਬਈ, ਸਨਾਤਨ ਧਰਮ ਤੋਂ ਸੰਬੰਧਿਤ ਤੇ ਸਨਾਤਨੀ ਕਿਸਮ ਦਾ ਉਹ ਵਿਦਵਾਨ ਸੀ। ਪੰਜਾਬੀ ਵਿੱਚ ਉਹਨਾਂ ਨੇ ਸੰਸਕ੍ਰਿਤ ਦਾ ਜਿਹੜਾ ਭਾਸ਼ ਨਾਟਕਕਾਰ ਹੋਇਆ ਹੈ ਬਈ, ਭਾਸ਼ ਦੇ ਸੰਸਕ੍ਰਿਤ ਨਾਟਕਾਂ ਦਾ ਅਨੁਵਾਦ ਕਰਨ ਤੋਂ ਇਲਾਵਾ ਮੋਲਕ ਨਾਟਕ ਵੀ ਲਿਖੇ ਇਸ ਨੇ। ਸੰਸਕ੍ਰਿਤ ਦਾ ਮਹਾਨ ਨਾਟਕਕਾਰ ਜਿਹੜਾ ਭਾਸ਼ ਹੋਇਆ ਹੈ ਉਸ ਦੇ ਨਾਟਕਾਂ ਦਾ ਅਨੁਵਾਦ ਕੀਤਾ ਪੰਜਾਬੀ ਦੇ ਵਿੱਚ ਤੇ ਕੁਝ ਮੌਲਿਕ ਨਾਟਕ ਵੀ ਲਿਖੇ, ਜਿਨ੍ਹਾਂ ਵਿੱਚੋਂ ਪੂਰਨ, ਵੀਰਾਂਗਣਾ, ਸਾਵਿਤਰੀ, ਸੁਕੰਨਿਆ ਬਈ। ਵੀਰਾਂਗਣਾ ਨਾਟਕ ਇਵੇਂ ਹੀ ਯਾਦ ਰਹਿ ਜਾਣਗੇ ਬ੍ਰਿਜਲਾਲ ਸ਼ਾਸਤਰੀ ਦੇ ਬਈ। ਵੀਰਾਂਗਣਾ, ਜਿਹੜੀ ਵੀਰਾਂਗਣਾ ਸ਼ਬਦ ਹੁੰਦਾ ਹੈ ਉਹ ਆਪਾਂ ਇਸਤੇਮਾਲ ਕਰਦੇ ਆ ਜਨਾਨੀਆਂ ਲਈ ਬਈ, ਤਾਂ ਅੱਗੇ ਦੋ ਜਨਾਨੀਆਂ ਦੇ ਨਾਮ ਨੇ ਵੀਰਾਂਗਣਾ, ਸਾਵਿਤਰੀ, ਸੁਕੰਨਿਆ। ਵੀਰਾਂਗਣਾ, ਸਾਵਿਤਰੀ, ਸੁਕੰਨਿਆ ਇਹ ਨਾਟਕ ਨੇ। ਪੂਰਨ ਇਹ ਵੀ ਇੱਕ ਨਾਟਕ ਹੈ। ਇਹਦੇ ਜਿਹੜਾ ਨਾਵਲ ਹੈ ਪ੍ਰੇਮ ਪਿੰਗਾ ਇਸ ਦਾ ਨਾਵਲ ਹੈ। ਔਰ ਉਹਦੀ ਜਿਹੜੀ ਕਵਿਤਾਵਾਂ ਨੇ ਚੂਹਿਆਂ ਦੀ ਬਸਤੀ, ਬਾਲਕਾਂ ਦੇ ਗੀਤ, ਕੁਨਾਲ, ਸੰਧਿਆ ਦੇ ਗੀਤ, ਰਾਮ ਗੀਤ, ਇਹ ਸੀਗਾ ਬ੍ਰਿਜਲਾਲ ਸ਼ਾਸਤਰੀ। ਕਿਉਂਕਿ ਇਹਦਾ ਨਾਮ ਹੈ ਜਿਹੜਾ ਉਹ ਆਪਣੇ ਸਿਲੇਬਸ ਦੇ ਅੰਦਰ ਨਹੀਂ ਦਿੱਤਾ ਹੋਇਆ, ਇਸ ਕਾਰਨ ਥੋੜਾ ਜਿਹਾ ਸੰਖੇਪ ਰੂਪ ਦੇ ਵਿੱਚ ਦੀਵਾਨ ਸਿੰਘ ਕਾਲੇ ਪਾਣੀ। ਅਗਲਾ ਜਿਹੜਾ ਕਵੀ ਹੈ ਉਹ ਹੈ ਦੀਵਾਨ ਸਿੰਘ ਕਾਲੇ ਪਾਣੀ। ਉਸ ਬਾਰੇ ਵੀ ਆਪਾਂ ਜ਼ਿਕਰ ਕਰ ਲਈਏ। ਥੋੜੇ ਜਿਹੇ ਮਾਂ ਪਿਓ ਦਾ ਨਾਮ, ਪਿਛਲੀ ਕਹਾਣੀ, ਇੱਕ ਹਿਸਟਰੀ ਇਸ ਕਾਰਨ ਬਤਾਈ ਜਾਂਦੀ ਹੈ ਕਿ ਇੱਕ ਕਹਾਣੀ ਜੀ ਤੁਹਾਨੂੰ ਯਾਦ ਰਹਿ ਜਾਵੇ, ਉਹ ਕਵੀ ਹੈ ਕਲਿੱਕ ਕਰ ਜਾਵੇ ਦਿਮਾਗ ਦੇ ਅੰਦਰ। ਦੀਵਾਨ ਸਿੰਘ ਕਾਲੇ ਪਾਣੀ 1897 ਤੋਂ ਲੈ ਕੇ 1944 ਤੱਕ। ਦੀਵਾਨ ਸਿੰਘ ਕਾਲੇ ਪਾਣੀ ਦਾ ਜਿਹੜਾ ਜਨਮ ਹੈ ਉਹ 1897 ਨੂੰ ਮਾਤਾ ਇੰਦਰ ਕੌਰ ਅਤੇ ਪਿਤਾ ਸੁੰਦਰ ਸਿੰਘ ਦੇ ਘਰੇ ਹੋਇਆ। ਪਿੰਡ ਲਾਹੌਟੀਆਂ ਤਹਿਸੀਲ ਡਸਕਾ ਜ਼ਿਲ੍ਹਾ ਸਿਆਲਕੋਟ, ਇੱਥੇ ਉਹ ਪੈਦਾ ਹੋਇਆ। ਡਾਕਟਰੀ ਦੀ ਵਿੱਦਿਆ ਉਸਨੇ ਪ੍ਰਾਪਤ ਕੀਤੀ ਬਈ, ਔਰ ਪੇਸ਼ੇ ਵਜੋਂ ਉਹ ਇੱਕ ਡਾਕਟਰ ਸੀਗਾ। ਡਾਕਟਰ ਵਜੋਂ ਉਹਨੇ ਨੌਕਰੀ ਵੀ ਕੀਤੀ ਤੇ ਨੌਕਰੀ ਦੇ ਨਾਲ ਨਾਲ ਉਹਨੇ ਸਾਹਿਤ ਸੇਵਾ ਵੀ ਕੀਤੀ ਤੇ ਸਿਆਸਤ 'ਚ ਉਸ ਦੀ ਮੁੱਖ ਰੁਚੀ ਸੀ ਬਈ। ਸਿਆਸਤ ਦੇ ਅੰਦਰ, ਰਾਜਨੀਤੀ ਦੇ ਅੰਦਰ ਡਾਕਟਰੀ ਦੀ ਵਿੱਦਿਆ ਪ੍ਰਾਪਤ ਕੀਤੀ, ਸਾਹਿਤ ਵੀ ਰਚਿਆ ਤੇ ਸਿਆਸਤ ਵਿੱਚ ਵੀ ਖਾਸੀ ਦਿਲਚਸਪੀ ਉਹਨਾਂ ਦੀ ਸੀ। ਉਹਦੀਆਂ ਜਿਹੜੀਆਂ ਪੁਸਤਕਾਂ ਨੇ ਵਗਦੇ ਪਾਣੀ, ਵਗਦੇ ਪਾਣੀ ਜਿਹੜੀ ਉਹਦੀ ਪੁਸਤਕ ਹੈ ਉਹ ਉਹਦੀ ਪਹਿਲੀ ਪੁਸਤਕ ਹੈ ਵਗਦੇ ਪਾਣੀ। ਉਹ ਉਹਦੇ ਜਿਉਂਦੇ ਜੀ ਛਪੀ, ਔਰ ਬਾਅਦ ਵਾਲੀਆਂ ਜਿਹੜੀਆਂ ਪੁਸਤਕਾਂ ਬਚ ਗਈਆਂ ਨੇ ਉਹ ਸਾਰੀਆਂ ਉਹਦੀਆਂ ਮਰਨ ਉਪਰੰਤ ਛਪੀਆਂ, ਜਿਵੇਂ ਅੰਮ੍ਰਿਤ ਲਹਿਰਾਂ, ਮੇਰਾ ਜੀਵਨ ਮੇਰੇ ਗੀਤ, ਸਹਿਜ ਸੰਚਾਰ, ਮਲਿਆ ਦੇ ਬੇਰ। ਇਹ ਜਿਹੜੇ ਉਹਦੇ ਕਾਵ ਸੰਗ੍ਰਹਿ ਦੇ ਨਾਮ ਹਨ। ਔਰ ਉਹ ਇੱਕ ਪ੍ਰਗਤੀਵਾਦੀ ਕਵੀ ਸੀ ਬਈ, ਪ੍ਰਗਤੀਵਾਦੀ ਕਵੀ ਸੀਗਾ ਉਹ। ਵਗਦੇ ਪਾਣੀ, ਜਿਉਂਦੇ ਜੀ ਛਪੀ, ਔਰ ਅੰਤਮ ਲਹਿਰਾਂ। ਅੰਤਮ ਲਹਿਰਾਂ ਬਈ ਆ ਹੈ ਅੰਤਮ ਲਹਿਰਾਂ। ਅੰਤਮ ਲਹਿਰਾਂ ਹੈ ਬਈ ਆ ਅੰਤਮ ਲਹਿਰਾਂ, ਮੇਰਾ ਜੀਵਨ ਮੇਰੇ ਗੀਤ, ਸਹਿਜ ਸੰਚਾਰ, ਮਲਿਆ ਦੇ ਬੇਰ। ਇਹ ਜਿਹੜੇ ਕਾਵ ਸੰਗ੍ਰਹਿ ਸੀ ਉਸ ਦੇ ਮਰਨ ਤੋਂ ਉਪਰੰਤ ਛਪੇ। ਡਾਕਟਰ ਦੀਵਾਨ ਸਿੰਘ ਕਾਲਾ ਪਾਣੀ ਸਰਕਾਰੀ ਡਾਕਟਰ ਸੀ ਬਈ, ਪਰ ਉਹਨਾਂ ਦੀ ਲੇਖਣੀ ਵਿੱਚ ਆਜ਼ਾਦੀ ਦਾ ਜਜ਼ਬਾ ਸੀਗਾ। ਕਿਉਂਕਿ ਦੇਖੋ ਇਹ ਬੰਦਾ ਤਾਂ 1944 ਦੇ ਵਿੱਚ ਮਰ ਹੀ ਗਿਆ।
ਜਦੋਂ 1944 ਦੇ ਵਿੱਚ ਮਰ ਗਿਆ। ਉਸ ਤੋਂ ਪਹਿਲੇ ਦਾ ਜਿਹੜਾ 1944 ਦੇ ਵਿੱਚ ਸ਼ਬਦ ਮੈਂ ਦੂਜਾ ਵਰਤ ਲਵਾਂ ਇਸ ਮਹਾਨ ਸ਼ਖਸੀਅਤ ਲਈ, 1944 ਦੇ ਅੰਦਰ ਇਹ ਸ਼ਹੀਦ ਹੋ ਗਿਆ ਬਈ। ਜਾਪਾਨੀ ਫਾਸਿਸਟ ਸੀ ਜਿਹੜੇ, ਉਹਨਾਂ ਨੇ ਇਸ ਨੂੰ ਸ਼ਹੀਦ ਕਰਵਾ ਦਿੱਤਾ। ਤੇ ਦੀਵਾਨ ਸਿੰਘ ਕਾਲੇ ਪਾਣੀ ਹੈ ਪੰਜਾਬ ਮਾਸਟਰ ਕਾਡਰ ਦੇ ਅੰਦਰ ਤਾਂ ਇਹ ਹੈਗਾ ਹੈ ਵਿਦ ਨੈਮ, ਇਹਦੇ ਬਾਰੇ ਪੁੱਛਿਆ ਗਿਆ ਹੈ, परंतु अपने RPSC ਦੇ ਅੰਦਰ ਇਸ ਦਾ ਨਾਮ नहीं है। परंतु फिर भी अपने आप च एक ਵੱਖਰੀ शख्सियत डॉक्टर ਹੁੰਦਾ ਹੋਇਆ भी सियासत ਨਾਲ जुड़िया रहा, ਸਾਹਿਤ ਰਚਦਾ ਰਿਹਾ, और देश ਨੂੰ इनकलाब लियाण च इहदा योगदान रहा, क्योंकि आ कवि ही किहड़ा है, प्रगतिवादी कवि है। इस गल नूं ध्यान रखनी है। इस संबंधी उन्हां दी कविता जिहड़ी है पटियाला कुत्ता, बांदर दा कलंदर, ये प्रतिनिधि कवितावां इंदियां कहियां जा सकदियां ने बई। और दीवान सिंह काले पानी मुख्य रूप विच प्रगतिवादी सी। उन्हां दियां कवितावां विच इस्त्री पक्ष भी मिलदा है। धार्मिक पखंडा उपर उसने व्यंग किया। उनके जिहड़ा व्यंग सी, उनकी चोट सी, वो बहुत ही तीव्र सी। दीवान सिंह काले पानी दी बहुत सारे साहित्य के इतिहास विच ये भी लिखिया होया है कि वो पूरन सिंह दे राह ते चलण वाला सीगा। पर साडे ख्याल अनुसार ये विचार उसे किस्म का है जिवें लोग कहंदे सी कि पूरन सिंह भाई साहब भाई वीर सिंह दे जिहड़ियां पैड़ां है उहनूं नप्पण वाला है। पूरन सिंह नूं भाई साहब भाई वीर सिंह तो प्रभावित मनते सी, परंतु आप वेखते हाँ कि पूरन सिंह है वो भाई साहब भाई वीर सिंह तो प्रभावित होंदियां होया भी वखरा है। इसे तरीके कई लोग ये आखते ने कि दीवान सिंह काले पानी वो पूरन सिंह तो प्रभावित है, परंतु जदों आप वेखते हाँ तो यह गल साफ नज़र आती है कि ये पूरन सिंह तो प्रभावित होंदियां होया भी वखरा है। ये वखरा है क्योंकि इहदे जिहड़े विषय ने वो वखरे ने, क्योंकि ये है प्रगतिवादी कवि, ये हैगा है प्रगतिवादी कवि वखरा है। और पूरन सिंह है जिहड़ा उन्हें अध्यात्म कवितावां ने वो वध लिखिया है, पंजाब पंजाबी पंजाबीयत बारे उन्हें वध लिखिया है। परंतु दीवान सिंह काले पानी है जो वो विषय पक्षों ते विषयां दे निभा पक्षों अगर देखा जाए तो पूरन सिंह तो बिल्कुल वखरा है। वो शुद्ध आधुनिक प्रगतिवादी तार्किक दृष्टिकोण वाला कवि है। उसकी कविता की रूप संरचना भी खुली होने के बावजूद थीमक संरचना के पक्षों संगठित है, क्योंकि प्रोफैसर पूरन सिंह उन्हें भी खुलियां कवितावां रचियां ने। दीवान सिंह काले पानी इन्हें भी खुलियां कवितावां रचियां ने। परंतु दीवान सिंह काले पानी का जिहड़ा प्रमुख हथियार है वो व्यंग है भाई। प्रमुख हथियार व्यंग है, व्यंग उनका प्रमुख हथियार है भाई। उसने बड़े कटाक्ष किते ने, बड़े व्यंग है जो वो किते ने। रूपक या रूपकां की घाड़त विच दीवान सिंह काले पानी बड़ा ही मंझिया होया कलाकार है भाई। रूप पक्ष तो दीवान सिंह काले पानी खुली कविता का शाहसवार है, क्योंकि ताई तैनू कहते हैं ये पूरन सिंह तो प्रभावित है, क्योंकि पूरन सिंह ने भी खुली कवितावां लिखियां ते दीवान सिंह काली पानी ने भी खुली कविता लिखी बई, खुली कविता लिखी। ये आपां पता होना चाहिए किसने खुली कविता लिखी, किसने की लिखिया, केड़ा प्रगतिवादी कवि सी, उन्दियां रचनावां केड़ियां केड़ियां सी। ये जेड़े मुख मुख सवाल ने आपां पता होना चाहिए। तो इसी कारण दीवान सिंह काले पानी दे इनके सारे सवालों का जवाब लैके मैं हाजिर हाँ। डॉक्टर दीवान सिंह काले पानी सी जिहड़ा 1944 के अंदर जापान वालियां ने इनू फड़ लिया बई। जापानी फासिस्टां ने कहा कि तू है जो जेड़े भारत सरकार है उनके खिलाफ बोल, क्योंकि उस समय ब्रिटिशां की सरकार सी, रेडियो तो उसके खिलाफ बोल। परंतु दीवान सिंह काले पानी जिहड़ा कि भारत नाल प्यार करता सीगा, वो नहीं चाहता सी कि वह भारत के खिलाफ बोले। उन्हें तसीहे तशद्दुदां सैणियां स्वीकार कीतियां
ਜਾਪਾਨੀਆਂ ਨੇ ਇਹਦੇ ਨਾਲ ਇਹਦੇ ਹੋਰ ਮਿੱਤਰ ਸੀ ਭਾਈ, ਉਹਨਾਂ ਨੂੰ ਵੀ ਫੜ ਲਿਆ। ਔਰ ਇਹ ਪ੍ਰਗਤੀਵਾਦੀ ਇਨਕਲਾਬੀ ਕਵੀ ਸੀਗਾ, ਇਹਨਾਂ ਨੂੰ ਫੜ ਲਿਆ ਔਰ ਫੜ ਕੇ ਤਸੀਹੇ ਦਿੱਤੇ ਗਏ। ਔਰ ਇਹ ਜਿਹੜੇ ਸੀ ਜਾਪਾਨੀ ਫਾਸਿਸਟਾਂ ਦੇ ਸਾਹਮਣੇ ਨਹੀਂ ਝੁਕੇ ਔਰ ਤਸ਼ੱਦਦਾਂ ਸਹਿੰਦੇ ਹੋਏ ਸ਼ਹੀਦ ਹੋ ਗਏ। ਕਾਲੇ ਪਾਣੀ ਇਹਦੇ ਨਾਂ ਦੇ ਪਿੱਛੇ ਇਸ ਕਾਰਨ ਲੱਗਦਾ ਹੈ ਕਿਉਂਕਿ ਇਹਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਸੀ। ਅੰਡਮਾਨ ਦੇ ਉੱਤੇ ਜਦੋਂ ਦੂਸਰਾ ਵਿਸ਼ਵ ਯੁੱਧ ਚੱਲਿਆ ਸੀਗਾ, ਅੰਡਮਾਨ ਦੇ ਉੱਤੇ ਜਦੋਂ ਫਾਸਿਸਟਾਂ ਦਾ ਕਬਜ਼ਾ ਹੋ ਗਿਆ, ਇਹਨਾਂ ਨੂੰ ਕੈਦ ਕਰ ਲਿਆ ਤੇ ਕਾਲੇ ਪਾਣੀ ਦੀ ਸਜ਼ਾ ਸੁਣਾਈ। ਅੰਡਮਾਨ, ਜਿੱਥੇ ਕਿ ਅੰਡਮਾਨ ਨਿਕੋਬਾਰ ਦੀਪ ਸਮੂਹ ਜੇਲ੍ਹ ਬਣੀ ਹੋਈ ਹੈ ਬਈ, ਪਾਣੀ ਪਾਣੀ ਹੈ ਸਾਰੀ ਤਰਫ, ਤਾਂ ਉਹ ਜਿਹੜੀ ਜੇਲ੍ਹ ਹੈ ਉਹ ਇੱਕ ਕਾਲੇ ਪਾਣੀ ਦੀ ਤਰ੍ਹਾਂ ਹੈ। ਉਸ ਵਿੱਚ ਸੂਰਜ ਹੈ ਉਹ ਵੇਖਣਾ ਨਸੀਬ ਨਹੀਂ ਹੁੰਦਾ ਔਰ ਪਾਣੀ ਦੇ ਵਿੱਚ ਉਹ ਬਣੀ ਹੋਈ ਹੈ। ਅੰਡਮਾਨ ਜਿਹੜਾ ਟਾਪੂ ਹੈ ਉਹ ਸਾਰਾ ਕੀ ਹੈ, ਪਾਣੀ ਤੋਂ ਘਿਰਿਆ ਹੋਇਆ ਹੈ। ਤਾਂ ਇਸ ਕਾਰਨ ਅੰਡਮਾਨ ਦੀ ਜਿਹੜੀ ਜੇਲ੍ਹ ਹੈ ਉਹਨੂੰ ਕਾਲੇ ਪਾਣੀ ਦੀ, ਜਿੱਥੇ ਵੀ ਅੰਡਮਾਨ ਦੀ ਸਜ਼ਾ ਵਿੱਚ ਰੱਖਿਆ ਜਾਂਦਾ ਹੈ ਅਗਰ ਕਿਸੇ ਬੰਦੀ ਨੂੰ, ਤਾਂ ਉਹਨੂੰ ਕਹਿੰਦੇ ਹੈ ਕਿ ਇਸ ਨੂੰ ਕਾਲੇ ਪਾਣੀ ਦੀ ਸਜ਼ਾ ਹੈ ਉਹ ਦੇ ਦਿੱਤੀ ਹੈ। ਹੁਣ ਆਪਾਂ ਗੱਲ ਕਰਦੇ ਹਾਂ, ਆ ਸੀਗਾ ਦੀਵਾਨ ਸਿੰਘ ਕਾਲੇ ਪਾਣੀ। ਹੁਣ ਆਪਾਂ ਗੱਲ ਕਰਦੇ ਹਾਂ ਮੋਹਨ ਸਿੰਘ ਦੀਵਾਨਾ, ਜਿਹਨੂੰ ਕਿ ਮੋਹਨ ਸਿੰਘ ਓਬਰਾਏ ਵੀ ਕਹਿੰਦੇ ਹੈ। 1899 ਤੋਂ ਲੈ ਕੇ 1984 ਮੋਹਨ ਸਿੰਘ ਦੀਵਾਨਾ ਦਾ ਜਨਮ ਹੈ। 1899 ਨੂੰ ਮਾਤਾ ਮੂਲਾ ਦੇਵੀ, ਪਿਤਾ ਸ਼ੇਰ ਸਿੰਘ, ਪਿੰਡ ਦੇਵੀ, ਜ਼ਿਲ੍ਹਾ ਰਾਵਲਪਿੰਡੀ ਦੇ ਵਿੱਚ ਹੋਇਆ। ਰਾਵਲਪਿੰਡੀ ਦਾ ਇਹ ਭਾਈ ਜਨਮ ਭੂਮੀ ਇਹਦੀ ਹੈਗੀ ਹੈ। ਉਹ ਪੰਜਾਬੀ ਦਾ ਮੁੱਖ ਆਲੋਚਕ ਹੈ, ਇਤਿਹਾਸਕਾਰ ਹੈ। ਪੰਜਾਬੀ ਦਾ ਮੁੱਖ ਆਲੋਚਕ ਤੇ ਇਤਿਹਾਸਕਾਰ ਹੈਗਾ ਭਈ ਮੋਹਨ ਸਿੰਘ ਦੀਵਾਨਾ। ਆਲੋਚਕ ਤੇ ਇਤਿਹਾਸਕਾਰ, ਕਿਉਂਕਿ ਇਸ ਬੰਦੇ ਨੇ ਦਾ ਹਿਸਟਰੀ ਆਫ ਪੰਜਾਬੀ ਲਿਟਰੇਚਰ, ਪੰਜਾਬੀ ਸਾਹਿਤ ਦਾ ਇਤਿਹਾਸ, ਜੇ ਆਪਾਂ ਵਿਗਿਆਨਿਕ ਲੀਹਾਂ ਦੇ ਉੱਤੇ ਵਿਗਿਆਨਿਕ ਅਤੇ ਸਿਧਾਂਤਕ ਤੌਰ ਤੇ ਨਵੀਂ ਲੀਹਾਂ ਦੇ ਉੱਤੇ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਿਆ, ਦਾ ਹਿਸਟਰੀ ਆਫ ਪੰਜਾਬੀ ਲਿਟਰੇਚਰ ਅੰਗਰੇਜ਼ੀ ਦੇ ਵਿੱਚ। ਔਰ ਉਹਦਾ ਇਤਿਹਾਸ ਹੈ ਜੋ ਉਹ ਅੱਜ ਵੀ ਬੜਾ ਪੋਪੂਲਰ ਹੈਗਾ ਹੈ। ਮੋਹਨ ਸਿੰਘ ਦੀਵਾਨਾ ਨੇ ਇਤਿਹਾਸ ਲਿਖਿਆ ਪਈ, ਔਰ ਮੋਹਨ ਸਿੰਘ ਦੀਵਾਨਾ ਨੇ ਇਤਿਹਾਸ ਲਿਖਿਆ ਔਰ ਉਸ ਤੋਂ ਬਾਅਦ ਜਿਹੜਾ ਕਿਰਪਾਲ ਸਿੰਘ ਕਸੇਲ ਸੀਗਾ ਉਸ ਨੇ ਇਤਿਹਾਸ ਲਿਖਿਆ, ਜਿਹੜਾ ਕਿ ਬੜਾ ਫੇਮਸ ਹੋਇਆ, ਜਿਸ ਦੀ ਬਹੁਤ ਸਾਰੇ ਵਿਦਵਾਨ ਸਾਥੀ ਨੇ ਉਹ ਰਾਏ ਦਿੰਦੇ ਨੇ ਕਿ ਤੁਸੀਂ ਮੋਹਨ ਸਿੰਘ ਦੀਵਾਨਾ ਦਾ ਇਤਿਹਾਸ ਹੈ ਜਿਹੜਾ ਕਿਰਪਾਲ ਸਿੰਘ ਕਸੇਲ ਦਾ ਇਤਿਹਾਸ ਪੜ੍ਹੋ। ਜਦੋਂ ਕਿਰਪਾਲ ਸਿੰਘ ਕਸੇਲ ਨੇ ਇਤਿਹਾਸ ਲਿਖਿਆ ਸੀ, ਪੰਜਾਬੀ ਅਕਾਦਮੀ ਦਿੱਲੀ ਵਾਲਿਆਂ ਨੇ 14 ਵੱਖ-ਵੱਖ ਵਿਦਵਾਨ ਪ੍ਰੋਫੈਸਰਾਂ ਤੋਂ ਇਤਿਹਾਸ ਲਿਖਵਾਇਆ। ਉਸ ਤੋਂ ਪਹਿਲਾਂ ਜਿਹੜਾ ਸਭ ਤੋਂ ਵੱਧ ਪੋਪੂਲਰ ਇਤਿਹਾਸ ਸੀਗਾ ਪੰਜਾਬੀ ਸਾਹਿਤ ਦਾ ਇਤਿਹਾਸ, ਉਹ ਸੀਗਾ ਪ੍ਰੋਫੈਸਰ ਮੋਹਨ ਸਿੰਘ ਦੀਵਾਨਾ ਦਾ ਪਈ। ਉਸ ਤੋਂ ਬਾਅਦ ਕਿਰਪਾਲ ਕਸੇਲ ਦਾ ਜਿਹੜਾ ਅੱਜ ਵੀ ਚੱਲ ਰਿਹਾ ਹੈ ਬਈ। ਤੇ ਫਿਰ ਆਪਾਂ ਗੱਲ ਕਰੀਏ ਜਿਹੜੇ ਪੰਜਾਬੀ ਅਕਾਦਮੀ ਦਿੱਲੀ ਹੈ ਉਸ ਨੇ ਜਿਹੜੇ ਇਤਿਹਾਸ ਦੀਆਂ ਸੈਂਸੀਆਂ ਛਪਾਈਆਂ 14, ਉਹ ਵੀ ਕਾਫੀ ਫੇਮਸ ਨੇ ਪਈ। ਉਸੇ ਦਾ ਹੀ ਸੰਖੇਪ ਰੂਪ ਵਿੱਚ ਉਤਾਰਾ ਕਰਕੇ ਨਕਲ ਕਰਕੇ ਰਜਿੰਦਰ ਸਿੰਘ ਸੇਖੋਂ ਨੇ ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ ਹੈ ਜੋ ਛਾਪਿਆ। ਕਿਉਂਕਿ ਗੁਰਜੀਆਂ ਨੂੰ ਪਤਾ ਹੁੰਦਾ ਬਈ 14 ਸੈਂਚੀਆਂ ਕੌਣ ਪੜ੍ਹੇਗਾ, 14 ਸੈਂਚੀਆਂ ਅਗਰ ਨਹੀਂ ਪਕੜ ਚ ਆ ਰਹੀਆਂ ਤਾਂ ਤੁਸੀਂ ਰਜਿੰਦਰ ਸਿੰਘ ਸੇਖੋਂ ਦੀ ਕਿਤਾਬ ਹੈ ਉਹ ਪੜ੍ਹ ਸਕਦੇ ਹੋ। ਉਹਦੇ ਜਿਹੜੀਆਂ ਪੰਜਾਬੀ ਦਾ ਪ੍ਰਮੁੱਖ ਆਲੋਚਕ ਤੇ ਇਤਿਹਾਸਕਾਰ ਸੀਗਾ, ਉਹਦੀਆਂ ਜਿਹੜੀਆਂ ਰਚਨਾਵਾਂ ਨੇ ਉਹਦੀ ਗੱਲ ਕਰੀਏ ਬਈ। ਮੀਲ ਧਾਰਾ, ਧੁੱਪ ਛਾਂ, ਜਗਤ ਤਮਾਸ਼ਾ, ਪਤਝੜ, ਮਸਤੀ ਭਾਗ ਪਹਿਲਾ, ਮਸਤੀ ਭਾਗ ਦੂਜਾ, ਸੋਮ ਰਸ ਬਈ। ਦੇਖੋ ਤਮਾਸ਼ਾ ਸ਼ਬਦ, ਮਸਤੀ ਸ਼ਬਦ, ਰਸ ਸ਼ਬਦ ਜਾਂ ਸੋਮ ਰਸ ਸ਼ਬਦ ਹੈ ਉਹ ਮਿਲਦੇ ਨੇ ਬਈ। ਮਸਤੀ ਤਮਾਸ਼ਾ ਹੋਵੇ, ਮਸਤੀ ਹੋਵੇ, ਸੋਮ ਰਸ, ਇਹ ਜਿਹੜੇ ਨੇ ਇੱਕ ਦੂਜੇ ਨਾਲ ਕਨੈਕਟ ਹੋ ਸਕਦੇ ਨੇ। ਉਹਦੀਆਂ ਜਿਹੜੀਆਂ ਕਾਵਿ ਪੁਸਤਕਾਂ ਨੇ, ਮੋਹਨ ਸਿੰਘ ਓਬਰਾਏ ਵੀ ਇਹਨੂੰ ਕਹਿੰਦੇ ਆ ਭਾਈ
डॉक्टर मोहन सिंह दीवाना भी कहते ने दीवाना इनका तखल्लस हैगा है। इहदियां पुस्तकां मील पत्थर, धुप छां, जगत तमाशा, पतझड़, मस्ती भाग पहला, मस्ती भाग दूजा, सोम रस छपियां। सब तो महत्वपूर्ण गल तां यह है कि वो ना केवल आधुनिक विचारां तो जाणू सन, सगों वो पंजाबी ਸਾਹਿਤ ਦੇ ਗੂੜੇ ਗਿਆਤਾ ਵੀ ਸੀਗਾ। ਉਹ ਬਈ ਬਹੁਤ ਗੂੜਾ ਗਿਆਨ ਰੱਖਦਾ ਸੀ। ਉਹਨਾਂ ਦੀਆਂ ਕਵਿਤਾਵਾਂ ਪਰੰਪਰਾ ਦਾ ਆਧੁਨਿਕ ਅਨੁਕਰਨ ਹੈ। ਉਹਨਾਂ ਵਿੱਚ ਗੁਰਮਤ ਰਹੱਸ, ਸੂਫੀ ਮਸਤੀ ਦੋਵੇਂ ਸ਼ਾਮਲ ਨੇ। ਗੁਰਮਤ ਰਹੱਸ ਤੇ ਸੂਫੀ ਮਸਤੀ ਦੋਨੋਂ ਸ਼ਾਮਲ ਨੇ। ਇਹ ਬੜੀ ਦਿਲਚਸਪ ਗੱਲ ਹੈ ਕਿ ਉਹ ਜਿੱਥੇ ਆਪਣੀ ਆਲੋਚਨਾਤਮਕ ਲਿਖਤਾਂ ਵਿੱਚ ਬੌਧਿਕ ਤੇ ਤਾਰਕਿਕ ਸੀਗਾ, ਕਿਉਂਕਿ ਇਹਦਾ ਪੰਜਾਬੀ ਸਾਹਿਤ ਦਾ ਇਤਿਹਾਸ ਵੇਖ ਲਿਓ, ਉਸ ਤੋਂ ਇਲਾਵਾ ਵੀ ਇਹਦੀਆਂ ਆਲੋਚਨਾ ਦੀਆਂ ਕਾਵ ਪੁਸਤਕਾਂ ਨੇ, ਆਲੋਚਨਾ ਦੀਆਂ ਪੁਸਤਕਾਂ ਨੇ ਜਿਹੜੀਆਂ ਕਿ ਬੜਾ ਹੀ ਪੋਪੂਲਰ ਰਿਹਾ ਹੈ। ਔਰ ਇਹ ਬੁੱਧ ਸਿੰਘ, ਮੌਲਾ ਬਖਸ਼ ਕੁਸ਼ਤਾ, ਉਸ ਤੋਂ ਬਾਅਦ ਅਗਰ ਕਿਸੇ ਵਿਗਿਆਨਿਕ ਤੇ ਸਿਧਾਂਤਿਕ ਲੀਹਾਂ ਦੇ ਉੱਤੇ ਲਿਖਿਆ ਗਿਆ ਇਤਿਹਾਸ ਹੈ ਉਹ ਡਾਕਟਰ ਮੋਹਨ ਸਿੰਘ ਦੀਵਾਨਾ ਹੈ। ਉਸ ਤੋਂ ਬਾਅਦ ਫਿਰ ਕਿਰਪਾਲ ਸਿੰਘ ਕਸੇਲ ਹੋਰ ਉਹਨਾਂ ਦੇ ਨਾਮ ਆਉਂਦੇ ਨੇ। ਔਰ ਉਸ ਤੋਂ ਪਹਿਲਾਂ ਜਿਹੜੇ ਬਾਬਾ ਬੁੱਧ ਸਿੰਘ, ਮੌਲਾ ਬਖਸ਼ ਕੁਸ਼ਤਾ ਸੀਗੇ, ਉਹਨਾਂ ਨੇ ਜਿਹੜੇ ਪੰਜਾਬੀ ਸਾਹਿਤ ਤੋਂ ਸੰਬੰਧਿਤ, ਜਿਵੇਂ ਬੁੱਧ ਸਿੰਘ ਨੇ ਪੁਸਤਕ ਲਿਖੀ ਹੈ ਹੰਸ ਚੋਗ, ਕੋਇਲ ਕੂ, ਬੰਬੀਹਾ ਬੋਲ। ਤੇ ਇਹਨਾਂ ਵਿੱਚ ਕੀ ਹੈ ਕਿ ਉਹ ਬੁੱਧ ਸਿੰਘ ਸੀ ਵਿਚਾਰਾ ਚਾਹੁੰਦਾ ਸੀਗਾ ਕਿ ਸਾਡਾ ਜਿਹੜਾ ਪੰਜਾਬੀ ਦਾ ਸਾਹਿਤ ਹੈ, ਜਿਹੜੀਆਂ ਰਚਨਾਵਾਂ ਨੇ ਰੁਲ ਨਾ ਜਾਣ। ਉਹ ਸਾਰਾ ਇੱਕ ਸੰਗ੍ਰਹਿ ਕੀਤਾ ਹੈ ਔਰ ਕਵੀਆਂ ਦੀ ਵੱਧ ਤਾਰੀਫ ਕੀਤੀ ਹੈ। ਉਸ ਦੇ ਵਿੱਚ ਉਹਦੀ ਪਰਸਨਲ ਜ਼ਿੰਦਗੀ ਦੇ ਬਾਰੇ ਵੀ ਗੱਲਾਂ ਕੀਤੀਆਂ ਨੇ ਔਰ ਉਹਦੀਆਂ ਕਾਵਿ ਰਚਨਾਵਾਂ ਬਾਰੇ ਥੋੜ੍ਹੀਆਂ ਗੱਲਾਂ, ਉਹਦੇ ਬਾਰੇ ਜ਼ਿਆਦਾ ਗੱਲਾਂ ਕੀਤੀਆਂ ਗਈਆਂ ਨੇ। ਪਰੰਤੂ ਦੀਵਾਨਾ ਜੀ ਦਾ ਜਿਹੜਾ ਇਤਿਹਾਸ ਦੀ ਕਿਤਾਬ ਹੈ ਉਹ ਸਿਧਾਂਤਕ ਤੌਰ ਤੇ ਔਰ ਵਿਗਿਆਨਿਕ ਤੌਰ ਤੇ ਬੜੀ ਹੀ ਮਿਆਰੀ ਕਿਤਾਬ ਹੈ। ਉਹਦੀ ਇਤਿਹਾਸਕ ਆਲੋਚਨਾ ਦੀ ਜਿਹੜੀਆਂ ਅਗਰ ਲਿਖਤਾਂ ਵੇਖੀਏ ਤਾਂ ਉਹ ਬੜੀਆਂ ਬੌਧਿਕ ਤੇ ਤਾਰਕਿਕ ਨੇ। ਉੱਥੇ ਜੇ ਆਹ ਲਿਖਤਾਂ ਦੇਖੀਏ ਆਪਾਂ, ਸਿਰਜਣਾਤਮਕ ਲਿਖਤਾਂ ਅਗਰ ਇਹਨਾਂ ਦੀ ਦੇਖੀਏ, ਇਹਨਾਂ ਲਿਖਤਾਂ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਪਰਾਭੌਤਿਕ ਹੋ ਜਾਂਦਾ ਹੈ। ਗੁਰਮਤ ਰਹੱਸ ਤੇ ਸੂਫੀ ਰਹੱਸ ਨੂੰ ਉਹ ਮਾਣਦਾ ਹੈਗਾ, ਉਸ ਮਸਤੀ ਨੂੰ ਉਹ ਮਾਣਦਾ ਹੈ। ਤੇ ਮਸਤੀ ਭਾਗ 1, ਮਸਤੀ ਭਾਗ 2। ਉਹਨਾਂ ਦੀ ਪੁਸਤਕ ਧੁੱਪ ਛਾਂ ਵਿੱਚ ਛੋਟੀਆਂ ਕਵਿਤਾਵਾਂ ਅਤੇ ਗੀਤ ਸ਼ਾਮਲ ਨੇ, ਧੁੱਪ ਛਾਂ ਦੇ ਅੰਦਰ। ਔਰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅਗਲੇ ਕਵੀ ਅਵਤਾਰ ਸਿੰਘ ਆਜ਼ਾਦ ਦੀ, ਅਵਤਾਰ ਸਿੰਘ ਆਜ਼ਾਦ, ਅਵਤਾਰ ਸਿੰਘ ਆਜ਼ਾਦ ਦਾ ਜਿਹੜਾ ਜਨਮ ਹੈ 1904 ਚ ਹੋਇਆ। ਮਾਤਾ ਸੰਤ ਕੌਰ, ਪਿਤਾ ਨੰਦ ਸਿੰਘ, ਘਰ ਪਿੰਡ ਗੱਜੀ ਵਿੱਚ ਬਈ ਹੋਇਆ। ਉਹਨਾਂ ਦੇ ਛੋਟੀ ਉਮਰ ਵਿੱਚ ਹੀ ਕਵਿਤਾ ਰਚਣੀ ਹੈ ਸ਼ੁਰੂ ਕਰਤੀ। ਉਹਦੀਆਂ ਜਿਹੜੀ ਕਾਵ ਪੁਸਤਕਾਂ ਨੇ ਉਹ ਇਸ ਤਰੀਕੇ ਨੇ: ਜੀਵਨ ਛੂ, ਮੁਲਾਕਾਤ, ਕੈਦੀ ਵੀਰ, ਕੈਦੀ ਵੀਰ, ਸ਼ਹੀਦੀ ਪਰਵਾਨੇ, ਸਵਾਤ ਬੂੰਦ, ਜਫਰਨਾਮਾ, ਸਾਵਣ ਪੀਂਗਾ, ਖਿਆਮ ਖੁਮਾਰੀ, ਬਿਸਨ ਵੇਦਨਾ, ਨੂਰੀ ਜੋਤਾਂ, ਕਨਸੋਆ, ਸੋਨ ਸਿਖਰਾਂ, ਮਹਾਬਲੀ। ਮਹਾਬਲੀ ਹੈ ਉਹ ਮਹਾਕਾਵ ਹੈ ਬਈ, ਮਹਾਬਲੀ ਹੈ ਨਾ, ਇਹਦਾ ਮਹਾਕਾਵ ਹੈ। ਚੜ੍ਹਦੀ ਕਲਾ, ਮਰਦ ਅਗੰਬੜਾ, ਇਹ ਵੀ ਇਸ ਦਾ ਮਹਾਕਾਵ ਹੈ। ਮਹਾਬਲੀ, ਮਰਦ ਅਗੰਬੜਾ, ਵਿਸ਼ਵ ਨੂਰ, ਇਹ ਤਿੰਨ ਨੇ ਜਿਹੜੇ ਮਹਾਕਾਵ ਨੇ। ਔਰ ਰਸ ਧਾਰਾ, ਰਤ ਦਾ ਕੰਗੂ, ਇਹ ਇਹਦੀਆਂ ਹੋਰ ਕਵਿਤਾਵਾਂ ਨੇ ਜਿਹੜੀਆਂ ਹੋਰ ਕਾਵ ਰਚਨਾਵਾਂ ਨੇ। ਅਗਰ ਕਾਵ ਪੁਸਤਕਾਂ ਦੀ ਗੱਲ ਕਰੀ ਜਾਵੇ, ਜੀਵਨ ਛੂ, ਮੁਲਾਕਾਤ, ਕੈਦੀ ਵੀਰ, ਸ਼ਹੀਦੀ ਪਰਵਾਨੇ, ਸਵਾਤ ਬੂੰਦ, ਜ਼ਫਰਨਾਮਾ, ਸਾਵਣ ਪੀਂਗਾ, ਖਿਆਮ ਖੁਮਾਰੀ, ਬਿਸਨ ਵੇਦਨਾ, ਨੂਰੀ ਜੋਤਾਂ, ਕਨਸੋਆ, ਸੌਨ ਸਿਖਰਾਂ, ਚੜ੍ਹਦੀ ਕਲਾ, ਰਸ ਧਾਰਾ, ਰਤ ਦਾ ਕੰਗੂ, ਰਸ ਪਾਰੇ, ਰਸ ਧਾਰਾ ਹੀ ਹੋ ਗਈ, ਕੰਬਣੀਆਂ, ਉਸ ਦੀਆਂ ਪ੍ਰਮੁੱਖ ਕਾਵ ਪੁਸਤਕਾਂ ਨੇ। ਜੇ ਮਹਾਕਾਵ ਦੀ ਗੱਲ ਕੀਤੀ ਜਾਵੇ, ਉਹਨੇ ਮਹਾਕਾਵ ਰਚੇ ਮਹਾਬਲੀ, ਵਿਸ਼ਵ ਨੂਰ, ਮਰਦ ਅਗੰਬੜਾ। ਬਾਈ ਦੇਖੋ, ਮਹਾਬਲੀ, ਵਿਸ਼ਵ ਨੂਰ ਤੇ ਮਰਦ ਅਗੰਬੜਾ। ਮਰਦ ਅਗੰਬੜਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ, ਮਹਾਬਲੀ ਸ਼ਾਇਦ ਰਣਜੀਤ ਸਿੰਘ ਦੇ ਉੱਤੇ, ਵਿਸ਼ਵ ਨੂਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੱਤੇ ਪਈ
होने की पूरी पूरी संभावना है। परंतु ये महाकाव्य तो संबंधित है और अपने सिलेबस ਦੇ ਵਿੱਚ नहीं है, परंतु फिर भी की कहते हैं कि महाकाव्य की काव्यधारा ਨੂੰ इसने ਅੱਗੇ ਤੋਰਿਆ ਸੀ ਬਈ। ਉਹ ਅਕਾਲੀ ਲਹਿਰ ਦੇ ਪ੍ਰਭਾਵ ਅਧੀਨ ਵੀ ਆਇਆ। ਉਸ ਦਾ ਕਾਵ ਸੰਗ੍ਰਹਿ ਜਿਹੜਾ कैदी वीर सी अकाली लहर के प्रभाव के अंदर आ गया और उसका जिहड़ा काव संग्रह सी कैदी वीर सरकार वालों जब्त कर लिया भाई। उसकी कविता विच हर धार्मिक राजनीतिक अते साहित्यक लहर का असर है, पर वह बुनियादी तौर पर धार्मिक अते सदाचारक मानतावां नूं पेश करने वाला कवि है। बुनियादी तौर पर धार्मिक ते सदाचारक मानतावां नूं पेश करने वाला कवि है। परंतु जो आप कैदी वीर उसकी गल करते हैं, इस रचना की कैदी वीर की गल करते हैं, तो इत्थे उन्हें गल की है अकाली लहर नाल जुड़िया रहा, उनके प्रभाव अधीन हो रहा, तो उस कारण उन्हें कैदी वीर वर्गी रचना रची जिन्हों की सरकार ने उस समकाली उस अंग्रेज सरकार ने है जो जब्त कर ली पई। और वेख्या जाए उन्हें महाकाव्य भी रचे मर्द गमड़ा विश्व नूर। तो इस तो आपां नूं पता लगता है कि वह बुनियादी तौर पर धार्मिक ते सदाचारक मानतावां नूं भी पेश करता है, उन्हां नूं भी मनदा है। और पंजाबी च महाकाव्य रचन की जिहड़ी परंपरा सी उस नूं अगे तोरिया बई। उसकी कविता परंपरा का निभाव भी है अते समकाली लहरां दा प्रगटाव भी है, क्योंकि इस विच अकाली लहर तो प्रभावित होकर लिखिया। परंपरा की भी गल है, परंपरा की गल कित्थे है? विश्व नूर दे विच है, मर्द अगमड़े दे विच है परंपरा की गल। और समकाली लहरां तो प्रभावित रहा, जिथे कैदी वीर है अकाली लहर तो प्रभावित रहा है, तो समकाली जिहड़ी लहरां है उस तो ही प्रभावित रहा है। यह है अवतार सिंह आजाद। थोड़ी स्टोरी इस कारण दस दी जाती है ताकि थोड़ा जिहा दिमाग के अंदर आपां नूं उसदा पता रहे भई आपां जिस बारे पढ़िया है। कलियां रचनावां ही आपां याद कर लीए तो थोड़ियां याद होणियां औखियां हो जाणगियां, कुछ इस तरीके नाल दसदे होए कि याद करनियां सौखियां हो जाण। हरिंदर सिंह रूप, अगे आपां गल करदे हां हरिंदर सिंह रूप दी बई। हरिंदर सिंह रूप सी जिहड़ा 1907 तो लैके 1954। हरिंदर सिंह रूप का जिहड़ा जन्म है सरदार गुरबख्श सिंह दे घरे ਅੰਮ੍ਰਿਤਸਰ ਵਿੱਚ ਹੋਇਆ। ਉਹਦੀਆਂ ਕਾਵ ਰਚਨਾਵਾਂ ਨਵੇਂ ਪੰਧ, ਡੂੰਘੇ ਵਹਿਣ, ਪੰਜਾਬ ਦੀਆਂ ਵਾਰਾਂ, ਲੋਕ ਵਾਰਾਂ। ਜਦੋਂ ਆਪਾਂ ਵਾਰਾਂ ਕੀਤੀਆਂ ਸੀ ਤਾਂ ਮੈਂ ਉਦੋਂ ਹਰਿੰਦਰ ਸਿੰਘ ਰੂਪ ਬਾਰੇ ਦੱਸਿਆ ਸੀ ਬਈ ਲੋਕ ਵਾਰਾਂ, ਪੰਜਾਬ ਦੀਆਂ ਵਾਰਾਂ, ਹਰਿੰਦਰ ਸਿੰਘ ਰੂਪ, ਜਿੰਦੇ ਵਿੱਚ ਤੁਹਾਨੂੰ ਹਿਮਾਲਿਆ ਦੀ ਵਾਰ, ਮਨੁੱਖ ਦੀ ਵਾਰ, ਇਹਦੇ ਬਾਰੇ ਵੀ ਆਪਾਂ ਚਾਨਣਾ ਹੈ ਉਹ ਪਾਇਆ ਸੀਗਾ। ਹੁਣ ਆਪਾਂ ਗੱਲ ਕਰੀਏ ਨਵੇਂ ਪੰਧ, ਡੂੰਘੇ ਵਹਿਣ, पंजाब दियां वारां और लोक वारां, रूप रेखा, ये इस दे जिहड़े है काव रचनावां ने। नवें पंध, डूंघे वैण, पंजाब दियां वारां, रूप रेखा, लोक वारां बई। उसकी कविता बहुत करके निजी होंद दुआले है, निजी होंद है जो उस दे दुआले घूमदी है, पर उसने निजी होंद नूं एक प्रश्न बना के पेश किया है भाई उस बंदे ने। अजिही वह छोटिया कवितावां विच करदा है, जदों कि वह अपनियां वारां विच जिहड़ियां उन्हें वारां लिखियां उस नवे प्रयोग किए है। उन्हें मनुख की वार रची है, उन्हें हिमालय की वार रची है पई। नवे प्रयोग है जो उसने वारां दे अंदर किए है। उदाहरण वजों उसने मनुख की वार विच मनुख के विकास के वख-वख पड़ावां नूं पेश किया है। मनुख की वार दे विच मनुख के विकास के वख-वख पड़ावां की गल है मनुख के वार विच कीती है। उस कोल नवे विचार भी सन अते परंपरा का रूप भी सी। नवे विचार भी सी, परंपरा का रूप भी सी। धनी राम चातरक अते सरफ वर्गे कवियां दी शागिर्दी कारण, शागिर्द सी भाई उन्हां दा, शागिर्दी कारण उसका रूप खासा उत्तम सीगा, क्योंकि वह नाल रहिंदा सीगा धनी राम चातरक दे, फिरोजदीन सरफ दे। उन्होंने आम लोक बोली वरती अते छंद विच उसकी प्रवीणता हासिल सी उस बंदे नूं, हरिंदर सिंह रूप नूं। हुण अगला जिहड़ा आपां गल करदे हां ईश्वर चित्रकार दी बई। 1912 तो लैके 1968 ईश्वर चित्रकार। ईश्वर चित्रकार का जन्म है पिंड पदीपोसी, तहसील गढ़शंकर, जिला हुशियारपुर। माता हरबंस कौर, पिता भगवान सिंह दे घरे होया। उन्दियां जिहड़ियां कवितावां दीयां किताबां सी
सूल सिराही, भखदियां लहरां, भखदियां लहरां, तरेलां दे तारे, तरेलां दे तारे। ते बहुत थोड़ियां उनके काव्य संग्रह ने बई। सूल सुराही, सूल सुराही, भखदियां लहरां, तरेलां दे तारे, ये आउंदियां ईश्वर चित्रकार दियां काव्य संग्रह छपे। ईश्वर चित्रकार ने पंजाबी विच अंग्रेजी तर्ज की सोनट लिखण का सुंदर प्रयोग किया। सोनट मैं तुहानूं पहलां भी दस चुके हैं बई, सोनट के बारे पहलां भी दसिया होया है कि सोनट सी जिहड़ी वो 14 लाइनां की कविता हुंदी है सोनट। ते ईश्वर चित्रकार ने पंजाबी विच अंग्रेजी तर्ज की सोनट लिखण का सुंदर प्रयोग किया उसने। होर भी बंदियां ने सोनट लिखी है, इस बारे ताई पहला जिक्र आया और उस बारे दसिया भी। जीत सिंह सीतल के शब्दों विच उस अंदरली चित्रकार प्रतिभा काव रंग विच प्रवेशित है। उनके जिहड़े काव रंग ने उस दे विच प्रवेशित है हो के शब्द विचारां ते भाव चित्र दा, शब्द विचार ते भाव चित्र दा सुंदर रंग है जो उन्हें रंगया है बई। गजल विच ओ सोच ते दर्द दा बड़ा मार्मिक रंग भर दिंदा है, दर्द दा ते सोच दा बड़ा मार्मिक रंग भर दिंदा है। बहर तौल तुकान ते गजल दे रूपक पक्षों पकिआई है, वो उसकी काव प्रतिभा की सूचक है पई। ताई तां ਉਹਨੂੰ ਆਪਾਂ पढ़ रहे हैं बई। ਇਹ ਸੀਗਾ ਈਸ਼ਵਰ चित्रकार। फिर उस तो बाद आप गल करते हैं प्यारा सिंह सहराई। प्यारा सिंह सहराई 1915 तो लैके 1998। माता महेंद्र कौर, पिता केर सिंह, पिंड छापियां वाली, जिला मानसा, पंजाब। उस दियां कवितावां दियां पुस्तकां सहराई पंछी, सहराई पंछी, तारियां दी लो, धरती दे गीत, समय दियां वारां, शकुंतला, लगरा, रुण चुण, बन त्रिन, गुजर रहा, गुजर गा, गुजर गा बई, गुजर गा। गीत मरिया नहीं मरदे, मरदे, संगीत दे खंभ, गौतम बुद्ध, जोत एक स्वरूप 10, जोत एक स्वरूप 10 और राजहंस दे गीत। ये जड़ियां आउंदियां कवितावां ने बई। सहराई पंछी, तारियां दी लो, धरती दे गीत, समय दी वारां, समय दी वारां है बई, वारां तैयार कर, समय दी वार किंदी हैगी है, लोक वारां, पंजाबी दियां लोक वारां, समय दी वारां, प्यारा सिंह सहराई। शकुंतला, लगरा, रुण चुण, वन तिण, गुजर गाह, बातां वक्त दियां, गीत मरिया नहीं मरदे, संगीत दे खंभ, गौतम बुद्ध, जोत एक स्वरूप 10, राजहंस दे गीत। ये जिहड़े ने वो प्यारा सिंह सहराई तो संबंधित ने। प्यारा सिंह सहराई शुद्ध रूप विच प्रगतिवादी विचारां नूं अपनाया कवि है। प्रगतिवादी धारा का कवि प्यारा सिंह। सहराई पंछी, तारियां दी लो जिथे गल कर ली तो आप गल करिए सहराई बारे। प्रगतिवादी कवि सहराई सी जिहड़ा प्रगतिवादी विचारां नूं उसने अपनाया, उसकी प्रगतिवादी विचारधारा विच परपक विश्वास सी। यही उसकी कविता विच शक्तिशाली आशावाद नूं लैके आउंदा है। भी पूरी आस सीगी कि प्रगतिवाद का एजेंडा हासिल होगा। भावें उसकी कविता विच प्रगतिवादी विषयों का दोहराव है, पर इसके बावजूद भी उसके विचारों विच एक परपक्ता है, निरंतरता है। पिछले दौर विच उसने धर्म नाल संबंधित विषयों नूं भी प्रतिवादी दृष्टिकोण तो, धर्म तो संबंधित विषय ने, फिर भी प्रगतिवादी जिहड़ी प्रतिवादी दृष्टिकोण तो पुनर प्रगटा है वो किया है। प्रतिवादी दृष्टिकोण तो प्रगतिवादी दृष्टिकोण तो पुनर प्रगटा किया है। उसकी कविता का मुख्य गुण लोक गीतां दी धारनावां ने बई। लोक गीतां दी धारनावां दे उत्ते उन्हें कविता लिखी है अते देसी शब्दावली दी भरपूर वरतों है जो प्यारा सिंह सहराई करता है। इत्थे तक किसी प्रकार की कोई दिक्कत है तो तुसीं
कमेंट कर सकते हो। और उस तो बाद आप पढ़ांगे गोपाल सिंह दर्दी, तेरा सिंह चंन। इत्थे तक अगर किसी को कोई भी दिक्कत हो तो दसो बई। हुण आपां गल करते हाँ गोपाल सिंह दर्दी 1917 तो लैके 1920। जिहड़ा गोपाल सिंह दर्दी सी उसने भी काव्य तो अलावा पुस्तकां लिखियां ने भाई। हुण आपां गल करते हाँ गोपाल सिंह दर्दी जिंदा समा है जो वो हैगा है 1917 तो 1720। डॉक्टर गोपाल सिंह दर्दी 1917 माता नानकी देवी पिता आत्मा सिंह दे घरे पिंड सराय नियामत जिला हाजरा विच होया। वो कुछ देर अध्यापक रहा, कुछ देर फिर एडिटर बन गया भाई। पहला अध्यापक, अध्यापक तो बन गया अखबार च लग गया, उत्थे एडिटर, फिर ज्यादा समा सियासत विच रहा, राजनीति नाल जुड़िया रहा। वह बुनियादी तौर पर साहित्य आलोचक है, साहित्य आलोचक है, खोजी है, इतिहासकार है, क्योंकि उन्हें भी लिखिया है पंजाबी साहित्य का इतिहास। आलोचक, खोजी, इतिहासकार। उनकी काव्य पुस्तकां चना, हनेर सवेर, अनहद नाद, चानण दा पहाड़। लो जी, गोपाल सिंह दर्दी गोपाल सिंह दर्दी और बुनियादी तौर पे आलोचक, खोजी ते साहित्यकार। और इहदियां जिहड़ियां रचनावां है पुस्तकां ने चना, हनेर सवेर, ते अनहद नाद। अनहद नाद, चानण दा पहाड़ दा पहाड़ पे चना, हनेर सवेर, चना, हनेर सवेर, अनहद नाद, चानण दा पहाड़ उस दियां कवितावां तो संबंधित पुस्तक है, काव्य संग्रह ने। उस दी कविता विच अध्यात्मवादी दृष्टि अते रोमांचक बिरती दा बौद्धिक समेल है। अध्यात्मवादी दृष्टि है बई अनहद नाद की जो गल करती तो अनहद नाद की जो गल कर ली तो उदों आपां नूं समझ ही जाना चाहिए है कि पुस्तक की अध्यात्मक दृष्टि की होनी चाहिए। उसकी कविता विच अध्यात्मक दृष्टि अते रोमांचक बिरती का बौद्धिक समेल है अते उसके आले दुआले नूं भोगदियां भी उस तो निर्लेप रहन दे यतन की काव्य अभिव्यक्ति है। उसकी कविता च व्यंग भी मिलता है, पर उसकी कविता का वधेरे गुण है उस सनातनी साहित्य के डूंघे अध्ययन कारण आई गहराई है। क्योंकि सनातनी जो साहित्य से उनका उन्हें डूंघा अध्ययन किया, जिस कारण उन्हें गहराई आई। उस दी ज्यादा कवितावां छंद मुक्त ने, पर वह इस छंद मुक्तता नूं अपने डूंघे बौद्धिक विचारां नाल पेश करता है। ज्यादा कवितावां खुली कवितावां लिखियां, बाकी कुछ बंद कवितावां या छंद युक्त कवितावां भी लिखियां। वध कवितावां छंद मुक्त कवितावां ने, खुली कविता है गोपाल सिंह दर्दी दी। उस तो बाद आपां गल करते हाँ तेरा सिंह चंन। तेरा सिंह चंन जिहड़ा हैगा है उनका 1921 दे विच जन्म बई। तेरा सिंह चंन, तेरा सिंह चंन है जो जनवरी 1921 नूं माता जीवी पिता मेला राम पिंड बिलावल जिला कैबलपुर दे विच होया। लंबे समय तो साहित्य अते सियासत नूं समर्पित। अमन लहर समय उन्हां दीयां कवितावां अते गीत बहुत प्रसिद्ध सी पई। अमन लहर जदों चली, काव्य पुस्तकां दा वेरवा इस प्रकार है। सिसकियां, जय हिंद, समय समय दीयां गल्लां, अमर पंजाब,
ਕਾਗ ਸਮੇਂ ਦਾ ਬੋਲਿਆ ਭਾਈ। ਲਓ ਜੀ, ਸਿਸਕੀਆਂ, ਸਿਸਕੀਆਂ ਜੈ ਹਿੰਦ, ਜੈ ਹਿੰਦ। ਕਾਗ ਸਮੇਂ ਦਾ ਬੋਲਿਆ, ਸਮੇਂ ਸਮੇਂ ਦੀਆਂ ਗੱਲਾਂ। ਕਾਗ ਸਮੇਂ ਦਾ ਬੋਲਿਆ, ਸਮੇਂ ਸਮੇਂ ਦੀਆਂ ਗੱਲਾਂ। ਕਾਗ ਸਮੇਂ ਦਾ ਬੋਲਿਆ, ਸਮੇਂ ਸਮੇਂ ਦੀਆਂ ਗੱਲਾਂ। ਅਮਰ ਪੰਜਾਬ, ਅਮਰ ਪੰਜਾਬ। ਇਹ ਤੇਰਾ ਸਿੰਘ ਚੰਦ ਦੀਆਂ ਕਾਵ ਸੰਗ੍ਰਹਿ ਨੇ ਬਈ। ਸਿਸਕੀਆਂ ਜੈ ਹਿੰਦ, ਕਾਗ ਸਮੇਂ ਦਾ ਬੋਲਿਆ, ਸਮੇਂ ਸਮੇਂ ਦੀਆਂ ਗੱਲਾਂ। ਸਿਸਕੀਆਂ ਦੇਖੋ, ਸਮੇਂ ਸਮੇਂ ਦੀਆਂ ਗੱਲਾਂ, ਸਿਸਕੀਆਂ, ਕਾਗ ਸਮੇਂ ਦਾ ਬੋਲਿਆ, ਅਮਰ ਪੰਜਾਬ, ਜੈ ਹਿੰਦ। ਇਹ ਤਾਰਾ ਸਿੰਘ ਚੰਦ ਦੀਆਂ ਕਵਿਤਾਵਾਂ ਸੀ, ਕਾਵ ਸੰਗ੍ਰਹਿ। ਦੇਖੋ, ਜਿੱਥੇ ਜੈ ਹਿੰਦ ਦੀ ਗੱਲ ਆ ਗਈ ਤਾਂ ਉੱਥੇ ਗੱਲ ਆਵੇਗੀ ਪ੍ਰਗਤੀਵਾਦ ਦੀ। ਅਮਨ ਲਹਿਰ ਸਮੇਂ ਉਹ ਜੁੜਿਆ ਰਿਹਾ, ਕਵਿਤਾਵਾਂ ਰਚਦਾ ਰਿਹਾ। ਜਦੋਂ ਇਹ ਲਾਈਨ ਆ ਗਈ, ਅਮਨ ਲਹਿਰ ਤੋਂ ਜੁੜਿਆ ਰਿਹਾ, ਕਵਿਤਾਵਾਂ ਰਚਦਾ ਰਿਹਾ, ਜੈ ਹਿੰਦ ਦੀ ਜਿੱਥੇ ਗੱਲ ਆ ਗਈ, ਉੱਥੇ ਇਹ ਪ੍ਰਗਤੀਵਾਦੀ ਸੋਚ ਨੂੰ ਪਰਣਾਇਆ ਕਵੀ ਬਣਦਾ ਹੈ ਭਾਈ। ਪ੍ਰਗਤੀਵਾਦੀ, ਇਸ ਚੀਜ਼ ਨੂੰ ਤੁਸੀਂ ਧਿਆਨ ਰੱਖਣਾ। ਤੇ ਇਹ ਕੁਝ ਗੱਲਾਂ ਨੇ ਜਿਹੜੀਆਂ ਆਪਾਂ ਨੂੰ ਧਿਆਨ ਰੱਖਣੀਆਂ ਚਾਹੀਦੀਆਂ ਬਈ। ਜਦੋਂ ਕਵਿਤਾਵਾਂ ਦੇ ਨਾਮ ਤੋਂ ਆਪਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਪ੍ਰਗਤੀਵਾਦੀ ਕਵੀ ਹੈਗਾ ਹੈ। ਪ੍ਰਗਤੀਵਾਦੀ ਕਵੀ ਤੋਂ ਆਪਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਬਈ ਇਸ ਪ੍ਰਕਾਰ ਦੀ ਕਵਿਤਾ ਹੋ ਸਕਦੀ ਹੈ। ਜੇ ਕੋਈ ਪ੍ਰਗਤੀਵਾਦੀ ਅਧਿਆਤਮਕ ਰੰਗ ਵਿੱਚ ਵੀ ਥੋੜਾ ਰੰਗਿਆ ਹੋਇਆ ਤਾਂ ਆਪਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਬਈ ਪ੍ਰਗਤੀਵਾਦੀ ਅਧਿਆਤਮਵਾਦੀ ਹੈ। ਤਾਂ ਉਸ ਤਰੀਕੇ ਨਾਲ ਉਹਦੀ ਜਿਹੜਾ ਨਾਮ ਹੋਣਗੇ ਸੰਗ੍ਰਹਿ ਦੇ, ਉਹ ਉਸ ਤਰੀਕੇ ਨਾਲ ਹੀ ਹੋਣਗੇ। ਜਦੋਂ ਆਪਾਂ ਕਵੀ ਬਾਰੇ ਜਾਣੂ ਹੋ ਜਾਂਦੇ ਹਾਂ, ਕਵੀ ਦੀ ਧਾਰਾ ਤੋਂ ਜਾਣੂ ਹੋ ਜਾਂਦੇ ਹਾਂ, ਔਰ ਆਪਾਂ ਜਾਣੂ ਹੋ ਜਾਂਦੇ ਹਾਂ ਉਹਦੇ ਟੈਸਟ ਤੋਂ, ਫਿਰ ਆਪਾਂ ਨੂੰ ਇੱਕ ਅੰਦਾਜ਼ਾ ਸਟੀਕ ਹੈ ਜਿਹੜਾ ਉਹ ਆਪਣਾ ਰਵੇਗਾ। ਜਿਵੇਂ ਕਿ ਤਾਰਾ ਸਿੰਘ ਚੰਦ ਦੇ ਬਾਰੇ ਗੱਲ ਕਰ ਰਹੇ ਹਾਂ, ਅਮਨ ਲਹਿਰ ਤੋਂ ਸੰਬੰਧਿਤ ਰਿਹਾ, ਸਿਆਸਤ ਨਾਲ ਜੁੜਿਆ ਰਿਹਾ। ਕਹਿਣ ਦਾ ਭਾਵ ਪ੍ਰਗਤੀਵਾਦੀ ਜਿਹੜੀ ਸੋਚ ਉਹਦੇ ਉੱਤੇ ਭਾਰੂ ਸੀ। ਪ੍ਰਗਤੀਵਾਦੀ ਕਵੀ ਉਹ ਬਣਦਾ ਹੈ, ਉਸਦੀ ਲੇਖਣੀ ਵਿੱਚ ਆਮ ਲੋਕਾਂ ਨਾਲ ਜੁੜ ਸਕਣ ਦੀ ਸ਼ਕਤੀ ਹੈ। ਜ਼ਿਆਦਾਤਰ ਉਸਨੇ ਗੀਤ ਲਿਖੇ ਜਿਹੜਾ ਲੰਮਾ ਸਮਾਂ ਸਟੇਜਾਂ ਤੇ ਛਾਏ ਰਹੇ, ਕਿਉਂਕਿ ਉਸ ਸਮੇਂ ਸਟੇਜਾਂ ਤੇ ਗੀਤ ਗਾਇਆ ਕਰਦੇ ਸੀ। ਲੋਕਾਂ ਨੂੰ ਫਿਰ ਇਨਕਲਾਬ ਆਇਆ ਕਰਦਾ ਸੀਗਾ, ਸਮਾਗਮ ਹੋਇਆ ਕਰਦੇ ਸੀਗੇ ਤੇ ਵਿੱਚ ਕਵਿਤਾਵਾਂ ਵੀ ਚੱਲਿਆ ਕਰਦੀਆਂ ਸੀ, ਇਨਕਲਾਬੀ ਕਵਿਤਾਵਾਂ, ਪ੍ਰਗਤੀਵਾਦੀ ਕਵਿਤਾਵਾਂ। ਜਿਵੇਂ ਆਪਣੇ ਹੁਣੀ ਕਿਸਾਨ ਅੰਦੋਲਨ ਹੋਇਆ ਸੀ ਤੇ ਕਿਸਾਨ ਅੰਦੋਲਨ ਦੇ ਸਮੇਂ ਵੀ ਜਿਹੜੀਆਂ ਕਵਿਤਾਵਾਂ ਦਾ ਦੌਰ ਸੀਗਾ ਉਹ ਪ੍ਰਗਤੀਵਾਦੀ ਕਵਿਤਾਵਾਂ ਹੈ। ਜਿਹੜੇ ਪ੍ਰਗਤੀਵਾਦੀ ਕਵੀ ਹੈ ਉਹ ਛਾਏ ਰਹੇ। ਤੇਰਾ ਸਿੰਘ ਚੰਦ, ਇਹਨਾਂ ਦੇ ਨਾਮ ਦੇਖ ਲਓ। ਸਿਸਕੀਆਂ, ਸਿਸਕਣਾ, ਸਮੇਂ ਸਮੇਂ ਦੀ ਗੱਲ ਹੈ ਬਈ। ਜੈ ਹਿੰਦ, ਅਮਰ ਪੰਜਾਬ, ਕਾਗ ਸਮੇਂ ਦਾ ਬੋਲਿਆ। ਨਾ ਤੋਂ ਹੀ ਥੋੜਾ ਜਿਹਾ ਆਪਾਂ ਨੂੰ ਅਹਿਸਾਸ ਹੋ ਰਿਹਾ ਕਿ ਇਹ ਪ੍ਰਗਤੀਵਾਦੀ ਧਾਰਾ ਤੋਂ ਸੰਬੰਧਿਤ ਕਵੀ ਹੈ। ਔਰ ਜੇ ਪ੍ਰਗਤੀਵਾਦੀ ਦਾ ਸਮਝ ਆ ਗਿਆ ਫਿਰ ਆਪਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ, ਸਿਸਕੀਆਂ, ਜੈ ਹਿੰਦ, ਸਮੇਂ ਸਮੇਂ ਦੀਆਂ ਗੱਲਾਂ, ਅਮਰ ਪੰਜਾਬ, ਕਾਗ ਸਮੇਂ ਦਾ ਬੋਲਿਆ। ਇੱਥੋਂ ਆਪਾਂ ਨੂੰ ਥੋੜਾ ਅੰਦਾਜ਼ਾ ਹੈ ਉਹ ਰਹਿੰਦਾ ਹੈ ਭਾਈ। ਅੱਜ ਦੇ ਕੰਟੈਂਟ ਦੇ ਵਿੱਚੋਂ ਕੁਝ ਪੁੱਛਣਾ ਹੋਵੇ ਤਾਂ ਤੁਸੀਂ ਪੁੱਛ ਸਕਦੇ।